7 ਜੁਲਾਈ 2019 ਪ੍ਰੀਸਾਈਜ਼ਲੀ ਅਸੀਂ ਸ਼ੁਰੂ ਕੀਤਾ ਸੀਗਾ ਤੇ ਸਾਨੂੰ ਉਹਨੂੰ ਕਰਨ ਵਿੱਚ 8 ਮਹੀਨੇ ਲੱਗੇ ਸੀਗੇ। ਮੈਂ ਤੇ ਮੇਰੇ ਮਿਸਿਸ ਦੋਨੋਂ ਸੀਗੇ ਇਕੱਠੇ 44,000 ਕਿਲੋਮੀਟਰ ਦੀ ਅਸੀਂ ਜਰਨੀ ਕੀਤੀ। ਅਗਰ ਕਿਸੇ ਨੇ ਸਿੱਖ ਧਰਮ ਨੂੰ ਸਮਝਣਾ ਹੈਗਾ ਤੇ ਉਹ ਦੋ ਗੁਰੂਆਂ ਦਾ ਇਤਿਹਾਸ ਪੜ੍ਹ ਲਵੇ, ਇੱਕ ਗੁਰੂ ਨਾਨਕ ਦੇਵ ਜੀ ਦਾ, ਇੱਕ 10ਵੀਂ ਪਾਤਸ਼ਾਹੀ ਦਾ, ਉਹਨੂੰ ਸਾਰੇ ਪੂਰਾ ਇਤਿਹਾਸ ਸਮਝ ਆ ਜਾਏਗਾ। ਪ੍ਰਚਾਰ ਦਾ ਜਿੱਥੇ ਤੱਕ ਸਵਾਲ ਹੈਗਾ, ਉਹ ਪ੍ਰਚਾਰ ਹੈ ਬਾਈ ਡਿਫਾਲਟ ਹੁੰਦਾ ਹੈਗਾ, ਕਿਉਂਕਿ ਸਿੱਖ ਜਿੱਥੇ ਖਲੋਤਾ ਹੋਵੇ ਇਸ ਰੂਪ ਵਿੱਚ ਉਹ ਲੱਖਾਂ ਕਰੋੜਾਂ ਦੀ ਭੀੜ ਵਿੱਚ ਦੂਰੋਂ ਨਜ਼ਰ ਆਉਂਦਾ ਹੈਗਾ। ਸ਼ੌਂਕ ਤਾਂ ਇੱਕੋ ਹੀ ਸੀਗਾ ਜਿਹੜਾ 21 ਸਾਲ ਵਿੱਚ ਪੈਦਾ ਹੋਇਆ ਸੀ ਕਿ ਆਪਣੀ ਗੱਡੀ ਦੁਆਰਾ ਜਾਣਾ ਹੈ। ਤੁਸੀਂ ਪੈਸ਼ਨ ਕਹਿ ਲਓ, ਸ਼ੌਂਕ ਕਹਿ ਲਓ, ਜ਼ਿੱਦ ਕਹਿ ਲਓ, ਜਾਂ ਉਹਨੂੰ ਇਸ਼ਕ ਕਹਿ ਲਓ, ਜਨੂਨ ਕਹਿ ਲਓ, ਪਾਗਲਪਨ ਕਹਿ ਲਓ। ਮੇਰਾ ਟਰੈਵਲਿੰਗ ਜਿਹੜਾ ਹੈ ਉਹ ਮੇਰਾ ਜਨੂਨ ਹੈ, ਮੇਰਾ ਇਸ਼ਕ ਹੈ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਸੰਦੀਪ ਸ਼ਰਮਾ। ਕਹਿੰਦੇ ਅਗਰ ਇਨਸਾਨ ਦੇ ਵਿੱਚ ਕੁਝ ਕਰਨ ਦੀ ਜਨੂਨ ਜਜ਼ਬਾ ਹੋਵੇ ਤਾਂ ਕਿਸੇ ਵੀ ਉਮਰ ਵਿੱਚ ਉਹ ਆਪਣੇ ਉਸ ਜਿਹੜਾ ਮੰਜ਼ਿਲ ਹੁੰਦੀ ਹੈ ਉਹਨੂੰ ਪਾਉਣ ਦੇ ਵਿੱਚ ਦੇਰੀ ਨਹੀਂ ਕਰਦਾ। ਸੋ ਮੇਰੇ ਨਾਲ ਇਸ ਟਾਈਮ ਮੌਜੂਦ ਹੈ ਇੱਕ ਸਰਦਾਰ ਜੀ ਜਿਹੜੀ ਸਿੱਖੀ ਪ੍ਰਚਾਰ ਵਾਸਤੇ ਪੂਰੇ ਵਰਲਡ ਦਾ ਟੂਰ ਕਰਨ ਵਿੱਚ ਪਹੁੰਚੇ ਤੇ ਉਹ ਗੱਲਬਾਤ ਕਰਾਂਗੇ ਕੀ ਨਾਮ ਹੈ ਔਰ ਲੁਧਿਆਣਾ ਸੇ ਪਹੁੰਚੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ ਜੀ? ਮੇਰਾ ਨਾਂ ਤੇ ਮੇਰਾ ਅਮਰਜੀਤ ਸਿੰਘ ਚਾਵਲਾ ਹੈ, ਲੇਕਿਨ ਹੁਣ ਲੋਕ ਮੈਨੂੰ ਤਾਂ ਟਰਬਨ ਟਰੈਵਲਰ ਦੇ ਨਾਂ ਤੇ ਜਾਣਦੇ ਨੇ। ਮੈਂ ਆਪਣਾ ਨਾਮ ਮੈਂ ਆਪ ਹੀ ਭੁੱਲ ਚੁੱਕਿਆ ਹੁਣ। ਟਰਬਨ ਟਰੈਵਲ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕੀ ਤੁਹਾਨੂੰ ਕਿਸ ਲੱਗਾ ਵੀ ਇਸ ਉਮਰ ਵਿੱਚ ਆਪਾਂ ਸਿੱਖੀ ਦਾ ਪ੍ਰਚਾਰ ਵਾਸਤੇ ਸਾਡੀ ਮੇਰੀ ਉਹ ਟਾਈਮ ਆ ਗਿਆ ਵੀ ਹੁਣ ਸਿੱਖੀ ਦੇ ਪ੍ਰਚਾਰ ਵਾਸਤੇ ਸਾਨੂੰ ਪੂਰੇ ਵਿਦੇਸ਼ਾਂ 'ਚ ਘੁੰਮਣਾ ਚਾਹੀਦਾ? ਦੇਖੋ, ਕੁਝ ਚੀਜ਼ਾਂ ਨਾ ਤੁਸੀਂ ਅਚਨਚੇਤ ਕਰਦੇ ਹੈਗੇ ਹੋ, ਕੁਝ ਪਲਾਨ ਨਹੀਂ ਹੁੰਦਾ। ਮੈਂ ਇੰਗਲੈਂਡ ਗਿਆ ਸੀ ਗੱਡੀ ਲੈ ਕੇ ਤੇ ਉੱਥੋਂ ਵਾਪਸ ਆਇਆ ਤੇ ਕਿਸੇ ਨੇ, ਤੁਹਾਡੇ ਵਰਗੇ ਪੱਤਰਕਾਰ ਨੇ ਪੁੱਛਿਆ ਸੀਗਾ ਵੀ ਤੁਸੀਂ ਆਪਣਾ ਮੁਲਕ ਘੁੰਮਿਆ। ਤੇ ਮੈਨੂੰ ਲੱਗਿਆ ਗੱਲ ਤਾਂ ਉਹਦੀ ਸਹੀ ਹੈਗੀ, ਮੈਨੂੰ ਆਪਣਾ ਮੁਲਕ ਵੀ ਘੁੰਮਣਾ ਚਾਹੀਦਾ। ਤੇ ਮੈਂ ਇਸ ਵਕਤ ਆਪਣੇ ਮੁਲਕ ਦੀ ਸਟੱਡੀ ਕਰ ਰਿਹਾ ਸੀਗਾ। ਉਸੇ ਸਾਲ ਪਹਿਲੀ ਪਾਤਸ਼ਾਹੀ ਦਾ 550ਵਾਂ ਪ੍ਰਕਾਸ਼ ਪੁਰਬ ਸੀਗਾ ਤੇ ਉਹਨਾਂ ਦਾ ਜਿਸ ਵਕਤ ਅਸੀਂ ਸਟੱਡੀ ਕੀਤਾ, ਹਿਸਟਰੀ ਸਾਰੀ ਸਟੱਡੀ ਕੀਤੀ ਤੇ ਪਤਾ ਇਹ ਲੱਗਿਆ ਕਿ 29 ਚੋਂ 27 ਸਟੇਟਾਂ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਸੀਗੇ। ਤੇ ਮੈਨੂੰ ਆਪਣੀ ਯਾਤਰਾ ਦਾ ਇੱਕ ਮਕਸਦ ਮਿਲ ਗਿਆ। ਮੈਂ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਸ਼ਾਇਦ ਮੈਂ ਲਾਈਨ ਵਿੱਚ ਆਵਾਂਗਾ, ਪ੍ਰਚਾਰ ਕਰਾਂਗਾ ਜਾਂ ਸਿੱਖ ਗੁਰੂ ਘਰਾਂ ਜਾਵਾਂਗਾ, ਪਰ ਮੇਰੇ ਮੱਥੇ ਤੇ ਲਿਖਿਆ ਹੋਇਆ ਸੀ ਗੁਰੂ ਸਾਹਿਬ ਨੇ। ਤੇ ਉਹ ਦਿੱਲੀ ਤੋਂ ਇੰਗਲੈਂਡ ਦੀ ਯਾਤਰਾ ਸ਼ਾਇਦ ਮੇਰਾ ਟੈਸਟ ਸੀਗਾ ਕਿ ਉਹ ਚੈੱਕ ਕਰ ਰਹੇ ਸੀ ਵੀ ਇਹ ਕਰ ਸਕੇਗਾ ਇੰਨੀ ਯਾਤਰਾ ਕਿ ਨਹੀਂ ਕਰ ਸਕੇਗਾ। ਤੇ ਅਸੀਂ ਫਿਰ ਉੱਥੋਂ ਸਾਨੂੰ ਇੱਕ ਮਕਸਦ ਮਿਲਿਆ। ਅਸੀਂ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਕੀਤੀ ਪੂਰੀ, ਚਾਰੋਂ ਉਦਾਸੀਆਂ ਜਿਹੜੀ ਪਾਕਿਸਤਾਨ ਤੋਂ ਇਸ ਤਰਫ ਪੂਰੇ 6 ਮੁਲਕ ਪੜੋਸੀ ਦੇਸ਼ ਤੇ 27 ਦੇ ਬਜਾਏ ਪੂਰੇ 29 ਸਟੇਟ ਇੰਡੀਆ ਦੇ। ਕੀ ਟਾਈਮ ਕੀ ਸੀ ਉਹ ਵਕਫਾ ਕੀ ਕਿਸ? ਉਹ ਸੀਗਾ ਜੀ 2019 7 ਜੁਲਾਈ 2019 ਪ੍ਰੀਸਾਈਜ਼ਲੀ ਅਸੀਂ ਸ਼ੁਰੂ ਕੀਤਾ ਸੀਗਾ ਤੇ ਸਾਨੂੰ ਉਹਨੂੰ ਕਰਨ ਵਿੱਚ 8 ਮਹੀਨੇ ਲੱਗੇ ਸੀਗੇ। ਮੈਂ ਤੇ ਮੇਰੇ ਮਿਸਿਸ ਦੋਨੋਂ ਸੀਗੇ ਇਕੱਠੇ 44,000 ਕਿਲੋਮੀਟਰ ਦੀ ਅਸੀਂ ਜਰਨੀ ਕੀਤੀ, ਜਿਹਦੇ ਅੰਦਰ ਪੂਰੀ ਜਰਨੀ ਦੇ ਵਿੱਚ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਜਿਹੜੇ ਵੀ ਸਪਿਰਿਚੁਅਲ ਜਰਨੀ ਕਰਨੇ ਆ, ਗੁਰਦੁਆਰਾ ਸਾਹਿਬ ਵਿੱਚ ਰਹਿੰਦੇ ਆ, ਉੱਥੇ ਸਰਾਜ 'ਚ ਉੱਥੇ ਲੰਗਰ ਕਰਨੇ ਆ। ਤੇ ਜ਼ਿੰਦਗੀ ਦਾ ਜਿਹੜਾ ਦੂਸਰਾ ਪਹਿਲੂ ਸੀਗਾ ਕਿ ਇੱਕ ਆਮ ਇਨਸਾਨ ਕਿਸ ਤਰ੍ਹਾਂ ਜਿੰਦਾ ਹੈਗਾ, ਉਹ ਦੇਖਣ ਦਾ ਮੌਕਾ ਵੀ ਮਿਲਿਆ। ਉਹ 2019 'ਚ ਅਸੀਂ ਖਤਮ ਹੋਈ ਤੇ 2020 ਵਿੱਚ ਦੋ ਚੀਜ਼ਾਂ ਆਈਆਂ, ਇੱਕ ਕਰੋਨਾ ਆਇਆ ਤੇ ਇੱਕ ਨਵੇਂ ਪਾਤਸ਼ਾਹੀ ਦੀ 400 ਸਾਲਾ ਪ੍ਰਕਾਸ਼ ਪੁਰਬ ਆਇਆ। ਕਿ ਉਸ ਟਾਈਮ ਵਿਰਾਮ ਲੱਗਿਆ ਯਾਤਰਾ? ਨਹੀਂ ਲੱਗਿਆ। ਅਸੀਂ 2019 ਦੇ ਵਿੱਚ ਮੈਂ ਤੇ ਮੇਰੇ ਮਿਸਿਸ ਅਸੀਂ ਪੰਜਾਬ ਦੇ ਵਿੱਚ ਇੱਥੋਂ ਸ਼ੁਰੂ ਕੀਤੀ ਸੀਗੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਤਰਾ। ਅਸਾਮ ਤੱਕ ਸਾਰਾ ਕੁਝ ਅਸੀਂ ਪੂਰਾ ਕੀਤਾ। ਉਹ ਖਤਮ ਹੋਇਆ ਤੇ ਉਹਦੇ ਬਾਅਦ ਫਿਰ 2020 ਅਸੀਂ ਇਹ ਕੀਤਾ ਸੀਗਾ। ਤੇ 22 ਦੇ ਵਿੱਚ ਫਿਰ ਕਹਿੰਦੇ ਨਾ ਜਦ ਤੁਸੀਂ ਇਹ ਦਿਲ ਮੰਗੇ ਮੋਰ, ਤੇ ਉਹ ਮੋਰ ਤੇ ਇੱਛਾ, ਤੇ ਫਿਰ ਜਿਸ ਤਰ੍ਹਾਂ ਗੁਰੂ ਨਾਲ ਜਿਹੜਾ ਪਿਆਰ ਜਿਸ ਤਰ੍ਹਾਂ ਲੱਗਦਾ ਹੈਗਾ ਤੇ ਉਹ ਫਿਰ ਬਾਅਦ ਵਿੱਚ ਵਿਰਾਗ ਵਿੱਚ ਕਨਵਰਟ ਹੋ ਜਾਂਦਾ ਹੈਗਾ। ਤੇ ਫਿਰ ਮਨ 'ਚ ਇਹ ਭਾਵ ਆਇਆ ਕਿ ਹੁਣ ਤੇ 10 ਗੁਰੂਆਂ ਦੀ ਕਰਾਂਗੇ। ਤੇ 10 ਗੁਰੂਆਂ ਦਾ ਇਤਿਹਾਸ ਪੜ੍ਹਿਆ ਤੇ ਲੱਗਿਆ ਕਿ ਵੀ 2 ਗੁਰੂ ਨੇ ਅਸੀਂ ਕਰ ਲਏ। ਦਸਮ ਪਿਤਾ ਦੀ ਜ਼ਰੂਰੀ ਹੈ ਯਾਤਰਾ ਕਰਨੀ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਵੀ ਟਰੈਵਲ, ਉਹਨਾਂ ਦੀ ਲਾਈਫ ਵਿੱਚ ਬਹੁਤ ਸਾਰੇ ਸ਼ੇਡਸ ਨੇ। ਅਗਰ ਕਿਸੇ ਨੇ ਸਿੱਖ ਧਰਮ ਨੂੰ ਸਮਝਣਾ ਹੈਗਾ ਤੇ ਉਹ 2 ਗੁਰੂਆਂ ਦਾ ਇਤਿਹਾਸ ਪੜ੍ਹ ਲਵੇ, ਇੱਕ ਗੁਰੂ ਨਾਨਕ ਦੇਵ ਜੀ ਦਾ, ਇੱਕ 10ਵੀਂ ਪਾਤਸ਼ਾਹੀ ਦਾ, ਉਹਨੂੰ ਸਾਰੇ ਪੂਰਾ ਇਤਿਹਾਸ ਸਮਝ ਆ ਜਾਏਗਾ। ਨਾ ਕਿ ਉਹਨੂੰ ਇਤਿਹਾਸ ਸਮਝ ਆਏਗਾ, ਉਹਨੂੰ ਜੀਵਨ ਜੀਣਾ ਕਿਸ ਤਰ੍ਹਾਂ ਉਹਦੀ ਜਾਚ ਸਮਝ ਆ ਜਾਏਗੀ। ਇਹ ਮੈਂ ਸਮਝਿਆ ਹਾਲੇ ਤੱਕ। ਤੇ ਅਸੀਂ ਉਹ ਯਾਤਰਾ ਕੀਤੀ 2022 'ਚ ਮੈਂ ਸ਼ੁਰੂ ਕੀਤੀ ਤੇ ਉਹਦੇ ਵਿੱਚ ਅਸੀਂ ਪਟਨਾ ਸਾਹਿਬ ਉਹਨਾਂ ਦੇ ਜਨਮ ਸਥਾਨ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਕੋਈ ਯਾਤਰਾ ਜਿਸ 'ਤੇ ਅਸੀਂ ਪੂਰੀ ਕੀਤੀ। ਫਿਰ ਅਨਫੋਰਚੂਨੇਟਲੀ ਮੈਨੂੰ ਅਮਰੀਕਾ ਜਾਣਾ ਪੈ ਗਿਆ 6-7 ਮਹੀਨੇ ਵਾਸਤੇ, ਫਿਰ ਉਹ ਫਿਰ ਰੁਕ ਗਈ ਸੀਗੀ। ਹੁਣ ਅਸੀਂ ਵਾਪਸ ਆਏ ਹੈਗੇ ਹਾਂ ਤੇ ਉਹਦੇ ਬਾਅਦ ਅਨੰਦਪੁਰ ਸਾਹਿਬ ਤੋਂ ਅਸੀਂ ਫਿਰ ਸ਼ੁਰੂ ਕੀਤੀ ਹੈਗੀ। ਤੇ ਜੋ ਸਿਲਸਿਲੇਵਾਰ ਉਹ ਯਾਤਰਾ ਗੁਰੂ ਸਾਹਿਬ ਦੇ ਜੀਵਨ ਵਿੱਚ ਜੋ ਘਟਨਾਵਾਂ ਘਟੀਆਂ, ਉਹਨਾਂ ਨੇ ਕਿਲ੍ਹਾ ਛੱਡਿਆ, ਕਿਲ੍ਹਾ ਛੱਡ ਕੇ ਫਿਰ ਉੱਥੇ ਗੜੀ ਆਏ, ਗੜੀ ਤੋਂ ਫਿਰ ਮਾਛੀਵਾੜੇ ਆਏ, ਫਿਰ ਮਾਛੀਵਾੜੇ ਦੇ ਰਸਤੇ ਤੋਂ ਫਿਰ ਆਲਮਗੀਰ ਆਏ। ਉਹ ਰੂਟ ਅਸੀਂ ਸਾਰਾ ਹੁਣ ਕਰ ਰਹੇ ਹੈਗੇ ਹਾਂ ਤੇ ਅੱਗੇ ਇੱਥੋਂ ਲੈ ਕੇ ਨਾਂਦੇੜ ਤੱਕ ਕਰਾਂਗੇ। ਤੇ ਉਹ ਜੋ ਖਤਮ ਹੋਏਗਾ ਉਸ ਤੋਂ ਬਾਅਦ ਸਾਡੀ 7 ਕੰਟੀਨੈਂਟ ਦੀ ਜਰਨੀ ਹੈਗੀ, ਅਸੀਂ ਉਹ ਕਰਾਂਗੇ। ਮੇਰੀ ਟੀ-ਸ਼ਰਟ 'ਤੇ ਵੀ ਲਿਖਿਆ ਹੋਇਆ ਹੋਈ। ਤੇ 7 ਕੰਟੀਨੈਂਟ ਦੇ ਅੰਦਰ 500 ਜਿਹੜੇ ਹੈਗੇ ਕੀ ਕਹਿੰਦੇ ਨੇ 500,000 ਕਿਲੋਮੀਟਰ, 5 ਲੱਖ ਕਿਲੋਮੀਟਰ
ਉਹ ਉਹਦਾ ਡਿਸਟੈਂਸ ਹੈਗਾ। 200 ਮੁਲਕ ਨੇ ਜਿਹਨੂੰ ਪੂਰਾ ਕਰਨ ਵਿੱਚ ਤਕਰੀਬਨ 1000 ਦਿਨ ਲੱਗਣਗੇ। ਇਹ 1000 ਦਿਨ ਸਿੰਬੋਲਿਕ ਨੇ, ਪੌਣੇ 3 ਸਾਲ। ਇਟ ਕੁਡ ਬੀ ਮੋਰ, 3 ਵੀ ਲੱਗ ਸਕਦੇ ਨੇ, 4 ਵੀ ਲੱਗ ਸਕਦੇ ਨੇ, ਤੇ ਉਹ ਅਸੀਂ ਕਰਨਾ ਹੈਗਾ। ਤੇ ਪ੍ਰਚਾਰ ਦਾ ਜਿੱਥੇ ਤੱਕ ਸਵਾਲ ਹੈਗਾ, ਉਹ ਪ੍ਰਚਾਰ ਹੈ ਬਾਈ ਡਿਫਾਲਟ ਹੁੰਦਾ ਹੈਗਾ, ਕਿਉਂਕਿ ਸਿੱਖ ਜਿੱਥੇ ਖਲੋਤਾ ਹੋਵੇ ਸਰੂਪ ਵਿੱਚ, ਉਹ ਲੱਖਾਂ ਕਰੋੜਾਂ ਦੀ ਭੀੜ ਵਿੱਚ ਦੂਰੋਂ ਨਜ਼ਰ ਆਉਂਦਾ ਹੈਗਾ। ਤੇ ਹੁਣ ਇੱਥੇ ਤਾਂ ਪੰਜਾਬ ਵਿੱਚ ਜਾਂ ਇੰਡੀਆ ਦੇ ਅੰਦਰ ਤਾਂ ਸਿੱਖ ਤੁਹਾਨੂੰ ਦੇਖਣ ਨੂੰ ਮਿਲ ਜਾਂਦੇ ਨੇ। ਬਾਹਰ ਦੇ ਮੁਲਕਾਂ ਵਿੱਚ ਖਾਸ ਤੌਰ ਤੇ ਛੋਟੇ ਸ਼ਹਿਰਾਂ ਦੇ ਅੰਦਰ ਟਾਵਾਂ ਕੋਈ ਸਿੱਖ ਤੁਹਾਨੂੰ ਨਜ਼ਰ ਆਉਂਦਾ ਹੈਗਾ। ਬਹੁਤ ਵੱਡਾ ਪ੍ਰਾਊਡ ਫੀਲ ਹੁੰਦਾ ਹੈਗਾ। ਬਿਲਕੁਲ ਗੁਰੂ ਦੀ ਯਾਦ ਆਉਂਦੀ ਹੈ ਕਿ ਸਾਡੇ ਗੁਰੂ ਨੇ ਜਿਹੜਾ ਖਾਲਸਾ ਸਾਜਿਆ ਸੀਗਾ, ਅੱਜ ਉਸ ਖਾਲਸੇ ਦਾ ਕਿੰਨਾ ਮਾਦਰ ਮਾਨ ਸਤਿਕਾਰ ਹੈਗਾ। ਫਿਰ ਅੱਜ ਦੀ ਟੁਡੇ ਇਜ਼ ਅ ਮਾਡਰਨ ਵਰਲਡ। ਅੱਜ ਦੇ ਤਰੀਕੇ 'ਚ ਲੋਕਾਂ ਨੂੰ, ਅੱਜ ਤੋਂ ਕੋਈ 15 ਸਾਲ ਪਹਿਲੇ ਕਹੇ ਕਿ ਸਾਨੂੰ ਸਿੱਖਾਂ ਦੇ ਬਾਰੇ ਨਹੀਂ ਪਤਾ, ਜਾਂ ਸਿੱਖਾਂ ਤੋਂ ਮੁਸਲਮਾਨਾਂ ਨੂੰ ਜਿਸ ਕੋ 9/11 ਦੇ ਨਾਲ ਜੋੜਦੇ ਸੀਗੇ, ਅੱਜ ਉਹ ਚੀਜ਼ ਨਹੀਂ ਹੈਗੀ। ਅੱਜ ਸਿੱਖ ਬੜੇ ਅਹੁਦੇ, ਵੱਡੇ ਅਹੁਦਿਆਂ 'ਤੇ ਪਹੁੰਚੇ ਹੋਏ ਨੇ। ਇੰਟਰਨੈਟ ਦੇ ਦੁਆਰਾ ਤੁਸੀਂ ਸਿੱਖਾਂ ਦਾ ਪੂਰਾ ਇਤਿਹਾਸ ਸਮਝ ਸਕਦੇ ਹੋ, ਉਹਨਾਂ ਦੇ ਬਾਰੇ ਜਾਣ ਸਕਦੇ ਹੋ ਕਿ ਕੌਣ ਨੇ, ਕੀ ਨੇ ਉਹ। ਸੋ ਜਿਸ ਵਕਤ ਉਹ ਦੂਰੋਂ ਸਾਨੂੰ ਵੇਖਦੇ ਨੇ, ਰੰਗ ਬਿਰੰਗੀ ਪਗੜੀ, ਰੰਗ ਬਿਰੰਗੇ ਕੱਪੜੇ, ਰੰਗ ਬਿਰੰਗੀ ਗੱਡੀ, ਤੇ ਉਹ ਆਪਣੇ ਆਪ ਉਹਨਾਂ ਨੂੰ ਖਿੱਚ ਕੇ ਲੈ ਕੇ ਆਉਂਦਾ ਹੈਗਾ। ਹਾਂਜੀ ਬਿਲਕੁਲ। ਪਗੜੀ ਕੀ ਕਹਿ ਰਹੇ ਹੋ? ਸੌਰੀ, ਪਗੜੀ ਸ਼ਾਨ ਇੱਕ ਦੂਰੋਂ ਲੱਗ ਹੀ ਨਜ਼ਰ ਆਉਂਦੀ। ਪਗੜੀ ਤੇ ਸਾਡਾ ਉਹ ਸਾਡਾ ਤੇ ਸਾਡਾ ਕਰਾਊਨ ਹੈਗਾ ਜੀ, ਇਹ ਦੂਰੋਂ ਨਜ਼ਰ ਆਉਂਦੀ ਹੈਗੀ। ਤੇ ਖਾਲੀ ਪਗੜੀ ਦੇ ਨਾਲ ਗੱਲ ਬਣਨੀ ਨਹੀਂ, ਉਹਦੇ ਨਾਲ ਤੁਹਾਡਾ ਸਰੂਪ ਹੀ ਹੋਣਾ ਚਾਹੀਦਾ ਹੈਗਾ। ਤੇ ਜੇ ਸਰੂਪ ਹੈਗਾ ਤੇ 10 ਸਾਲ ਵੀ ਤੁਸੀਂ ਸਜਾਈ ਹੈ, ਤੁਸੀਂ ਪੂਰਨ ਸਰੂਪ ਉੱਚੇ ਗਏ ਹੋ, ਤੇ ਫਿਰ ਤੇ ਅਗਲਾ ਬੰਦਾ ਉਹਦੇ ਨਾਲ ਬਹੁਤ ਇੰਪ੍ਰੈਸ ਹੁੰਦਾ। ਫਿਰ ਜੋ ਤੁਸੀਂ ਆਪਣੇ ਇਤਿਹਾਸ ਦੇ ਬਾਰੇ ਦੱਸਦੇ ਹੈਗੇ ਹੋ, ਤੇ ਉਹਨਾਂ ਨੂੰ ਤੁਸੀਂ ਛੋਟਾ ਜਿਹਾ ਵੀ ਲਿੰਕ ਦਿੰਦੇ ਹੋ ਕਿ ਸਾਰੇ ਤੁਸੀਂ ਗੁਰੂ ਦੇ ਬਾਰੇ 'ਚ ਪੜ੍ਹੋ, ਤੇ ਤੁਸੀਂ ਅਗਰ ਦੇਖੋਗੇ ਕਿ ਸਾਰੇ ਧਰਮਾਂ ਦਾ ਐਨਾਲਿਸਿਸ ਕਰੋਗੇ, ਤੇ ਸਿੱਖੀਜ਼ਮ ਇਜ਼ ਦਾ ਮੋਸਟ ਮਾਡਰਨ ਰਿਲੀਜਨ ਇਨ ਦਾ ਹੋਲ ਵਰਲਡ। ਤੇ ਅਨਫੋਰਚੂਨੇਟਲੀ ਸਾਡੇ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਸਮਝ ਨਹੀਂ ਆਉਂਦਾ ਪਿਆ। ਪਰ ਅਗਰ ਤੁਸੀਂ ਗੋਰਿਆਂ ਨੂੰ ਤੁਸੀਂ ਆਪਣੇ ਇਤਿਹਾਸ ਦੇ ਬਾਰੇ ਦੱਸੋ, ਤੇ ਉਹ ਜਿਸ ਵਕਤ ਪੜ੍ਹਦੇ ਨੇ ਤੇ ਉਹ ਹੈਰਾਨ ਹੁੰਦੇ ਨੇ ਕਿ ਸਾਡੇ ਗੁਰੂਆਂ ਨੇ ਜੋ ਪ੍ਰੈਡਿਕਸ਼ਨ ਕੀਤੀ 550 ਸਾਲ ਪਹਿਲੇ ਆ ਕੇ, ਗੁਰੂ ਨਾਨਕ ਦੇਵ ਜੀ ਕਹਿ ਗਿਆ ਪਾਤਾਲ ਲੱਖ ਆਗਾਸਾ ਆਗਾਸ। ਉਹਨਾਂ ਨੇ ਯੂਨੀਵਰਸ ਦੀ ਗੱਲ ਕੀਤੀ, ਕਿੰਨੇ ਸਾਰੇ ਯੂਨੀਵਰਸ ਨੇ। ਸਾਇੰਸ ਹੁਣ ਉਸ ਨੂੰ ਪ੍ਰੂਵ ਕਰਦੀ ਪਈ ਹੈਗੀ। ਠੀਕ ਹੈ ਜੀ। ਅਸੀਂ ਔਰਤਾਂ ਦੀ ਸਮਾਨਤਾ ਦੇ ਬਾਰੇ 'ਚ ਗੱਲ ਕਰਨੇ ਹੈਗੇ ਆ। ਉਹ ਉਸ ਵਕਤ ਉਹ ਕਹਿੰਦੇ ਸੀਗੇ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਔਰਤ ਦੀ ਬਰਾਬਰੀ ਦੀ ਉਹਨਾਂ ਨੇ ਗੱਲ ਕੀਤੀ, ਏਕਤਾ ਦੀ ਗੱਲ ਕੀਤੀ, ਭਾਈਚਾਰੇ ਦੀ ਗੱਲ ਕੀਤੀ। ਤੇ ਜਿੰਨਾ ਉਹਨਾਂ ਨੇ ਉਸ ਆਪਣੇ ਟਾਈਮ ਤੇ 500 550 ਸਾਲ ਪਹਿਲੇ ਜੋ ਲੋਕਾਂ ਨੂੰ ਸੁਨੇਹਾ ਦਿੱਤਾ, ਜਿਤਨਾ ਉਹ ਰੈਲੀਵੈਂਟ ਉਸ ਵਕਤ ਸੀਗਾ, ਉਸ ਤੋਂ ਜ਼ਿਆਦਾ ਰੈਲੀਵੈਂਟ ਉਹ ਅੱਜ ਹੈਗਾ। ਉਹਨੂੰ ਅੱਜ ਜ਼ਿਆਦਾ ਸਮਝਣ ਦੀ ਲੋੜ ਹੈਗੀ। ਤੇ ਇਹ ਅਸੀਂ ਕਰ ਰਹੇ ਹੈਗੇ। ਪ੍ਰਚਾਰ ਜਿਹੜਾ ਹੈਗਾ ਬਾਈ ਡਿਫਾਲਟ ਹੋ ਹੀ ਜਾ ਰਿਹਾ ਹੈ। ਤੇ ਇੰਟਰਨੈਟ, ਸੋਸ਼ਲ ਮੀਡੀਆ ਇਜ਼ ਦਾ ਮੋਸਟ ਸਟਰੋਂਗੈਸਟ ਪਾਵਰ ਥੀਸ ਡੇਜ਼। ਤੁਹਾਡਾ ਇੱਕ ਛੋਟਾ ਜਿਹਾ ਵੀ ਕੋਈ ਇਹੋ ਸੁਨੇਹਾ ਉਹ 2 ਸੈਕਿੰਡ 'ਚ ਵਾਇਰਲ ਹੁੰਦਾ ਹੈਗਾ। ਪਹਿਲੀ ਤੁਹਾਡੀ ਜਿਹੜੀ ਯਾਤਰਾ ਸੀ ਜੀ, ਕਿੱਥੋਂ ਸ਼ੁਰੂ ਹੋਈ ਸੀ? ਕਿੱਦਾਂ ਅੱਗੇ ਕੰਟਰੀ ਕਿੱਥੋਂ ਸਟਾਰਟ ਕੀਤੀ ਸੀ? ਪਹਿਲੀ ਜਰਨੀ ਜਿਹੜੀ ਮੈਂ ਆਪਣੇ ਸ਼ੌਕ ਲਈ ਕੀਤੀ ਸੀਗੀ, ਤੇ ਉਹ ਸੀਗੀ 2018। ਉਹ ਵੀ 4 ਜੁਲਾਈ 2018 ਨੂੰ ਸ਼ੁਰੂ ਕੀਤੀ ਸੀਗੀ। ਉਹ ਮੈਂ ਇੱਥੋਂ ਗਿਆ ਸੀ ਪਹਿਲੇ ਨੇਪਾਲ ਤੋਂ ਮੈਂ ਗਿਆ ਸੀ ਚਾਈਨਾ। ਪੂਰਾ ਚਾਈਨਾ ਕ੍ਰਾਸ ਕਰਕੇ ਫਿਰ ਸੈਂਟਰਲ ਏਸ਼ੀਆ ਐਂਟਰ ਕੀਤਾ, ਕਿਰਗਿਸਤਾਨ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਰਸ਼ੀਆ ਪੂਰਾ ਕੀਤਾ। ਰਸ਼ੀਆ ਤੋਂ ਫਿਰ ਅਸੀਂ ਯੂਰਪ ਐਂਟਰ ਕੀਤਾ, ਐਸਟੋਨੀਆ, ਲੈਟਵੀਆ, ਲਿਥੂਏਨੀਆ, ਉਹ 3 ਬਾਲਟਿਕ ਕੰਟਰੀਜ਼ ਨੇ। ਉੱਥੋਂ ਫਿਰ ਅਸੀਂ ਗਏ ਫਿਨਲੈਂਡ, ਸਵੀਡਨ, ਨਾਰਵੇ, ਡੈਨਮਾਰਕ, ਜਰਮਨੀ ਤੋਂ ਫਿਰ ਬੈਲਜੀਅਮ ਆਏ, ਬੈਲਜੀਅਮ ਤੋਂ ਨੈਦਰਲੈਂਡ ਆਏ। ਉੱਥੇ ਆ ਕੇ ਫਿਰ ਲੱਗਿਆ ਕਿ ਜਿਹੜਾ ਈਸਟਰਨ ਯੂਰਪ ਹੈ ਉਹ ਰਹਿ ਗਿਆ। ਫਿਰ ਪੂਰਾ ਯੂਰਪ ਉਹਦੇ 'ਚੋਂ ਪੂਰਾ ਜਰਮਨੀ ਪੂਰਾ ਕ੍ਰਾਸ ਕੀਤਾ, ਤੇ ਫਿਰ ਪ੍ਰਾਗ ਗਏ। ਪ੍ਰਾਗ ਤੋਂ ਫਿਰ ਜਿਹੜਾ ਚੈਕ ਰਿਪਬਲਿਕ ਜਿਹਨੂੰ ਆਪਾਂ ਕਹਿੰਦੇ ਹਾਂ, ਉੱਥੋਂ ਫਿਰ ਹੰਗਰੀ ਆਏ। ਹੰਗਰੀ ਤੋਂ ਫਿਰ ਥੱਲੇ ਆਏ ਸਲੋਵੇਨੀਆ, ਸਲੋਵੇਕੀਆ, ਇਟਲੀ ਤੋਂ ਫਿਰ ਉੱਤੇ ਵਾਪਸ ਆਏ, ਆਸਟਰੀਆ, ਸਵਿਟਜ਼ਰਲੈਂਡ, ਫਿਰ ਸਪੇਨ ਆਏ, ਸਪੇਨ, ਮੋਨਾਕੋ, ਪੋਰਚੁਗਲ, ਫਰਾਂਸ, ਤੇ ਛੋਟੇ ਹੋਰ ਵਿੱਚੋਂ ਬੜੇ ਸਾਰੇ ਕੰਟਰੀ ਸੇ ਲੈਂਚਸਟਾਈਨ ਦਾ ਸਾਰਾ ਕੁਝ ਕਰ ਕਰਾ ਕੇ, ਲੈਕਸਮਬਰਗ। ਫਿਰ ਅਸੀਂ ਫਾਈਨਲੀ ਫਰਾਂਸ ਤੋਂ ਜਿਹੜਾ ਹੈਗਾ ਉਹ ਫਿਰ ਅਸੀਂ ਗਏ UK ਗਏ। ਸੋ ਉਹ ਤਕਰੀਬਨ 30 ਕੰਟਰੀ ਸੀਗੇ, ਪ੍ਰੀਸਾਈਸਲੀ 30 ਕੰਟਰੀ ਸੀਗੇ, ਜਿਹਨੂੰ ਕਰਨ ਵਿੱਚ ਸਾਨੂੰ 4 ਮਹੀਨੇ ਦਾ 135 ਦਿਨ ਦਾ ਸਮਾਂ ਲੱਗਿਆ ਸੀਗਾ। ਤੇ ਹਾਂ, ਇੰਨਾ ਕੁਝ। ਇਸ ਟਾਈਮ ਕਿੰਨੇ ਦੀ ਕੰਟਰੀ ਘੁੰਮ ਚੁੱਕੇ? ਮੈਂ 87 ਕੰਟਰੀਜ਼ ਮੈਂ ਘੁੰਮ ਚੁੱਕਿਆ। 1979 ਤੋਂ ਮੈਂ ਟਰੈਵਲ ਕਰ ਰਿਹਾ। ਮੇਰਾ ਪਹਿਲਾ ਅਮਰੀਕਾ ਦਾ ਵੀਜ਼ਾ 1979 'ਚ ਲੱਗਿਆ ਸੀਗਾ। 26 ਪਾਸਪੋਰਟ ਮੈਂ ਸਕ੍ਰੈਪ ਕਰ ਚੁੱਕਿਆ ਹਾਲੇ ਤੱਕ। ਤੇ ਜਿਹੜਾ ਘੁੰਮਣ ਦਾ ਜਿੱਥੇ ਤੱਕ ਤਾਲੁਕ ਹੈਗਾ, ਤੇ ਕਿਉਂਕਿ ਗਾਰਮੈਂਟ ਐਕਸਪੋਰਟਰ ਆ, ਤੇ ਹਾਂ ਪਹਿਲਾ ਸ਼ੌਕ ਤਾਂ ਨਹੀਂ, ਬਿਜ਼ਨਸ ਸੀਗਾ, ਵੈਕੇਸ਼ਨ ਸੀਗਾ, ਸ਼ੌਕ ਤਾਂ ਇੱਕੋ ਹੀ ਸੀਗਾ ਜਿਹੜਾ 21 ਸਾਲ 'ਚ ਪੈਦਾ ਹੋਇਆ ਸੀ ਕਿ ਆਪਣੀ ਗੱਡੀ ਦੁਆਰਾ ਜਾਣਾ ਹੈ। ਤੇ ਸ਼ੌਕ ਜਿਹੜਾ ਇਹ ਤੁਸੀਂ ਪੈਸ਼ਨ ਕਹਿ ਲਓ, ਸ਼ੌਕ ਕਹਿ ਲਓ, ਜ਼ਿੱਦ ਕਹਿ ਲਓ, ਜਾਂ ਉਹਨੂੰ ਇਸ਼ਕ ਕਹਿ ਲਓ, ਜਨੂਨ ਕਹਿ ਲਓ, ਪਾਗਲਪਨ ਕਹਿ ਲਓ। ਮੇਰਾ ਟਰੈਵਲਿੰਗ ਜਿਹੜਾ ਹੈ ਉਹ ਮੇਰਾ ਜਨੂਨ ਹੈ, ਮੇਰਾ ਇਸ਼ਕ ਹੈ। ਤੇ ਉਹ ਇਸ਼ਕ ਨੂੰ ਮੈਂ 40 ਸਾਲ ਪਾਲ ਕੇ ਵੱਡਾ ਕੀਤਾ। ਉਹਦੇ ਬਾਅਦ ਜਿਸ ਵਕਤ ਉਮਰ ਆਈ, ਬੱਚੇ ਸੈੱਟ ਹੋ ਗਏ, ਬਿਜ਼ਨਸ ਸੈੱਟ ਹੋ ਗਿਆ, ਬੱਚਿਆਂ ਨੂੰ ਸਭ ਕੁਝ ਦੇ ਦਿੱਤਾ,
ਉਹਦੇ ਬਾਅਦ ਫਿਰ ਮੈਨੂੰ ਲੱਗਿਆ ਕਿ ਹੁਣ ਰਿਟਾਇਰਮੈਂਟ ਜਿਹੜੀ ਹੈਗੀ, ਰਿਟਾਇਰਮੈਂਟ ਦਾ ਵੀ ਪਰਪਸ ਹੋਣਾ ਚਾਹੀਦਾ ਹੈਗਾ। ਤੇ ਫਿਰ ਰਿਟਾਇਰਮੈਂਟ ਦਾ ਪਰਪਸ ਇਹ ਸੀਗਾ ਕਿ ਮੈਂ ਸਾਰੀ ਦੁਨੀਆ ਘੁੰਮਣੀ ਹੈ, ਮੈਂ ਤੇ ਮੇਰੀ ਵਾਈਫ ਨੇ। ਹਾਂਜੀ, ਹੁਣ ਏਮ ਰੱਖਿਆ ਹੈਗਾ। ਇਹ ਗੱਡੀ ਹੁਣ ਜਾ ਰਹੀ ਹੈ ਸਾਡੇ ਨਾਲ, ਉੱਥੇ ਅਸੀਂ ਅਮਰੀਕਾ 'ਚ ਕੈਰਾਵੈਨ ਵੀ ਲੈ ਕੇ ਰੱਖੀ ਹੋਈ ਹੈਗੀ। ਫਿਰ ਉਸ ਕੈਰਾਵੈਨ ਦੇ ਪਿੱਛੇ ਗੱਡੀ ਟੋ ਕਰ ਲਾਂਗੇ ਤੇ ਘੁੰਮਾਂਗੇ ਸਾਰੀ ਦੁਨੀਆ। ਕੀ ਮੈਸੇਜ ਹੈ ਅੱਜ ਦੀ ਨੌਜਵਾਨ, ਖਾਸ ਕਰਕੇ ਸਿੱਖ ਦੀ ਗੱਲ ਕਰਦੇ ਆ, ਤੇ ਜਿਹੜੇ ਅੱਜ ਕੱਲ੍ਹ ਜਿਹੜੇ ਮੁੰਡੇ ਜਿਹੜੇ ਬਾਹਰ ਜਾਂਦੇ ਕੇਸ ਕਤਲ ਕਰਾ ਦਿੰਦੇ ਆ, ਲੇਕਿਨ ਬੇਸ਼ੱਕ ਅੱਜ ਦੇ ਨੌਜਵਾਨ ਫਿਰ ਵੀ ਕਾਫੀ ਸੁਧਰ ਗਈ ਹੈ, ਸਮਝ ਵੀ ਲੱਗ ਰਹੀ ਹੈ, ਲੇਕਿਨ ਹਜੇ ਵੀ ਕੁਛ ਜਿਹੜੇ ਨੌਜਵਾਨ ਨੇ ਕੇਸ ਕਤਲ ਕਰਾਉਂਦੇ ਆ। ਕੀ ਮੈਸੇਜ ਹੈ ਤੁਹਾਡੇ ਵੱਲੋਂ ਕਿ ਇਸ ਉਮਰ ਵਿੱਚ ਤੁਸੀਂ ਵੀ ਬੜਾ ਇੱਕ ਪੜਾਅ ਦੇਖਿਆ ਹੋਊਗਾ ਇਸ ਵਿੱਚ? ਦੇਖੋ, ਦੋ ਚੀਜ਼ਾਂ ਨੇ ਜਿਹੜੀ ਮੈਂ ਅੱਜ ਦੇ ਨੌਜਵਾਨਾਂ ਨੂੰ ਕਹਿਣਾ ਚਾਹਾਂਗਾ। ਪਹਿਲੇ ਗੱਲ ਕਰਨੇ ਹੈਗੇ ਆ ਕਿ ਇਹ ਬੱਚੇ ਜੋ ਕਰ ਰਹੇ ਨੇ, ਕੇਸ ਕਤਲ ਵਾਲੀ ਗੱਲ ਬਾਅਦ 'ਚ ਕਰਾਂਗੇ ਅਸੀਂ। ਸ਼ੌਂਕ ਕੋਈ ਵੀ ਹੋਵੇ, ਕੋਈ ਸ਼ੌਂਕ ਬੁਰਾ ਨਹੀਂ ਹੁੰਦਾ। ਤੁਹਾਡਾ ਪੈਸ਼ਨ, ਤੁਹਾਡਾ ਜਦ ਪ੍ਰੋਫੈਸ਼ਨ ਬਣ ਜਾਏ, ਉਸ ਤੋਂ ਵਧੀਆ ਕੋਈ ਗੱਲ ਨਹੀਂ ਹੈਗੀ। ਨੰਬਰ 1, ਜੋ ਮੈਂ ਐਕਸਪੀਰੀਅੰਸ ਕੀਤਾ ਹੈ, 95% ਪੀਪਲ ਇਨ ਦਾ ਹੋਲ ਵਰਲਡ ਦੇ ਆਰ ਨਾਟ ਹੈਪੀ ਵਾਟ ਦੇ ਆਰ ਡੂਇੰਗ। ਉਹ ਕਰਨਾ ਕੁਝ ਹੋਰ ਚਾਹੁੰਦੇ ਸੀ, ਫਸ ਕਿੱਥੇ ਗਏ ਨੇ, ਕਰ ਕੀ ਕਰ ਰਹੇ ਨੇ। ਜਿਸ ਪ੍ਰੋਫੈਸ਼ਨ ਵਿੱਚ ਉਹ ਹਨ, ਉਹਨਾਂ 'ਚੋਂ 95% ਲੋਕ ਖੁਸ਼ ਨਹੀਂ ਹੈਗੇ। ਸੋ ਸਭ ਤੋਂ ਪਹਿਲੇ ਤਾਂ ਕੰਮ ਉਹ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ, ਨੰਬਰ 1। ਨੰਬਰ 2, ਜ਼ਰੂਰੀ ਨਹੀਂ ਹੈ ਕਿ ਹਰ ਚੀਜ਼ ਤੁਹਾਨੂੰ ਕੋਈ ਥਾਲੀ 'ਚ ਰੱਖੀ ਮਿਲ ਜਾਏ ਤੇ ਤਿਆਰ ਪੱਕੀ ਪਕਾਈ ਤੇ ਤੁਹਾਨੂੰ ਮਿਲ ਜਾਏ। ਮਿਹਨਤ ਕਰਨੀ ਪੈਣੀ। ਤੁਸੀਂ ਉਹਨੂੰ, ਆਪਣੇ ਪੈਸ਼ਨ ਨੂੰ ਤੁਸੀਂ ਚੇਸ ਕਰੋ। ਇੱਕ ਵਾਰ, 2 ਵਾਰ, 3 ਵਾਰ। ਸਾਡੇ 'ਚ ਹੀ ਹੁੰਦਾ ਹੈ, ਇੱਕ ਵਾਰ ਨਹੀਂ ਹੋਇਆ, 2 ਵਾਰ ਟਰਾਈ ਕੀਤਾ, ਉਹਦੇ ਬਾਅਦ ਉਹ ਛੱਡ ਕੇ ਬਹਿ ਜਾਂਦੇ ਨੇ। ਜੇ ਤੁਸੀਂ ਉਹਨੂੰ ਵਿੱਚ ਛੱਡ ਦਿਓਗੇ, ਉਹ ਕਦੀ ਪੂਰਾ ਨਹੀਂ ਹੋਏਗਾ। ਯੂ ਹੈਵ ਟੂ ਕੀਪ ਟਰਾਈਂਗ। ਕੀਪ ਟਰਾਈਂਗ ਡਜ਼ ਨਾਟ ਮੀਨ ਕਿ ਬਈ ਅਗਰ ਤੁਸੀਂ 3-4 ਵਾਰੀ ਕੀਤਾ ਤੇ ਇਸ ਵਿੱਚ ਲੱਗੇ ਰਹੋ। ਜਿਸ ਵਕਤ 3-4 ਵਾਰ ਕਰਨ ਤੇ ਤੁਹਾਡੀ ਚੀਜ਼ ਅਗਰ ਪੂਰੀ ਨਹੀਂ ਹੋ ਰਹੀ ਹੈ, ਸਟੈਪ ਬੈਕ, ਗਿਵ ਅ ਪੌਜ਼, ਸਟੈਪ ਬੈਕ, ਪਿੱਛੇ ਹਟ ਜਾਓ ਥੋੜ੍ਹੇ ਦਿਨ ਵਾਸਤੇ, ਕਿਉਂਕਿ ਗੁਰੂ ਨਹੀਂ ਚਾਹੁੰਦਾ ਕਿ ਉਸ ਵਕਤ ਤੁਸੀਂ ਉਹ ਕੰਮ ਕਰੋ। ਉਹਦੇ ਬਾਅਦ ਦੁਬਾਰਾ ਟਰਾਈ ਕਰੋ, ਲੇਕਿਨ ਉਹਨੂੰ ਛੱਡੋ ਨਹੀਂ ਟਿਲ ਦਾ ਐਂਡ। ਅਸੀਂ ਛੋਟੇ ਬੱਚਿਆਂ ਦੀ ਕਹਾਣੀ ਸੁਣੀ ਹੋਗੀ ਕਿ ਕੀੜੀ ਸੀਗੀ, ਉੱਤੇ ਚੜ੍ਹਦੀ ਸੀ, ਡਿੱਗ ਪੈਂਦੀ ਸੀ, ਚੜ੍ਹਦੀ ਸੀ, ਡਿੱਗ ਪੈਂਦੀ ਸੀ। ਆਫਟਰ ਆਲ ਸ਼ੀ ਸਕਸੀਡ। ਅੰਗਰੇਜ਼ੀ ਵਿੱਚ ਇੱਕ ਕਹਾਵਤ ਹੈ, 99% ਸਕਸੈਸ ਇਜ਼ 100% ਫੇਲਿਓਰ। ਲਾਸਟ ਦਾ 1% ਮਾਇਨੇ ਰੱਖਦਾ ਹੈਗਾ। ਪਾਣੀ ਵੀ ਜਿਹੜਾ ਹੈ ਨਾ, ਬੋਇਲਿੰਗ, ਜਿਸ ਬੋਇਲ ਕਰਦੇ ਹੈਗੇ ਉਹ, ਤੇ ਟੈਕਨੀਕਲੀ 100 ਡਿਗਰੀ ਤੇ ਐਵੈਪੋਰੇਟ ਹੁੰਦਾ ਹੈਗਾ, 99 ਤੇ ਨਹੀਂ ਹੁੰਦਾ। ਤੇ ਲਾਸਟ 1 ਡਿਗਰੀ ਔਰ ਲਾਸਟ 1 ਪੁਆਇੰਟ ਇਜ਼ ਮੈਟਰ। ਤੇ ਉਹਦੇ ਵਾਸਤੇ ਤੁਸੀਂ ਜਦ ਤੱਕ ਉਸ ਨੂੰ ਆਪਣੇ ਜਨੂਨ ਦੀ ਤਰੀਕੇ ਨਾਲ, ਆਪਣੇ ਪੈਸ਼ਨ ਨੂੰ ਨਹੀਂ ਲਓਗੇ, ਪੂਰਾ ਨਹੀਂ ਹੋਏਗਾ। ਬਾਕੀ ਰਹਿ ਗਿਆ ਸਵਾਲ ਕਿ ਪੋਸੀਬਲ ਹੈ ਕਿ ਨਹੀਂ ਪੋਸੀਬਲ ਹੈ। ਤੇ ਇੰਪੋਸੀਬਲ ਨੂੰ ਅਗਰ ਤੁਸੀਂ ਸੰਧੀ ਪਿਛੇਦ ਕਰੋਗੇ ਤਾਂ ਉਹਦਾ ਮਤਲਬ ਹੈ ਆਈ ਐਮ ਪੋਸੀਬਲ। ਸੋ ਐਵਰੀਥਿੰਗ ਇਜ਼ ਪੋਸੀਬਲ ਇਨ ਦਿਸ ਵਰਲਡ। ਬਾਕੀ ਰਹਿ ਗਿਆ ਸਵਾਲ ਬੱਚਿਆਂ ਦੇ ਜਿਹੜੇ ਪਤਿਤ ਹੋ ਰਹੇ ਨੇ, ਉਹਨਾਂ ਦੇ ਬਾਰੇ। ਤੇ ਮੈਂ ਉਹਨਾਂ ਸੇ ਅਰਦਾਸ ਕਰ ਸਕਦਾ, ਅਰਦਾਸ ਕਰਨੇ ਹੈਗੇ ਆ। ਮਾਂ ਪਿਓ ਦਾ ਫਰਜ਼ ਹੈਗਾ ਸਭ ਤੋਂ ਪਹਿਲਾਂ। ਮਾਂ ਪਿਓ ਦਾ ਮੈਂ ਆਪਣੇ ਤੋਂ ਸ਼ੁਰੂ ਕਰਨਾ। ਦਾਦਾ ਦਾਦੀ ਜਿਹੜੇ ਨੇ, ਸਭ ਤੋਂ ਵੱਡੀ ਗਲਤੀ ਸਾਡੀ ਹੈਗੀ। ਅਗਰ ਮੈਂ ਆਪਣੇ ਪੁੱਤਰ ਨੂੰ ਆਪਣਾ ਇਤਿਹਾਸ, ਆਪਣਾ ਵਿਰਸਾ ਨਹੀਂ ਠੀਕ ਤਰ੍ਹਾਂ ਸਮਝਾਇਆ, ਤਾਂ ਮੈਂ ਕਿਸ ਤਰ੍ਹਾਂ ਉਮੀਦ ਕਰ ਸਕਦਾ ਕਿ ਮੇਰਾ ਪੁੱਤਰ ਮੇਰੇ ਪੋਤਰਿਆਂ ਨੂੰ ਉਹ ਇਤਿਹਾਸ ਸਮਝਾਏਗਾ। ਤੇ ਗਲਤੀ ਸਾਡੇ ਵਰਗੀ, ਸਾਡੀ ਏਜ ਦੀ ਉਮਰ ਦੇ ਲੋਕਾਂ ਦੀ ਹੈਗੀ। ਹੁਣ ਉਸ ਨੂੰ ਠੀਕ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈਗਾ। ਇਹ ਕੋਈ ਦਵਾਈ ਨਹੀਂ, ਇੰਜੈਕਸ਼ਨ ਨਹੀਂ ਹੈਗਾ ਕਿ ਤੁਸੀਂ ਲਗਾਤਾ ਤੇ ਤੁਸੀਂ ਬੱਚੇ ਸਮਝ ਜਾਣਗੇ। ਯੂ ਹੈਵ ਟੂ ਗਿਵ them ਡ੍ਰੌਪ ਬਾਈ ਡ੍ਰੌਪ, ਬੇਬੀ ਸਟੈਪ ਜਿਹਨੂੰ ਕਹਿੰਦੇ ਆ। ਕਿਸੇ ਪੁਰਾਣੇ ਮਕਾਨ ਵਿੱਚ ਦੇਖੋ, ਕੋਈ ਨਲਕਾ ਕਦੀ ਖੁੱਲਾ ਰਹਿ ਗਿਆ ਹੋਵੇ ਨਾ, ਤੇ ਉਹਦੀ ਬੂੰਦ ਡਿੱਗਦੀ ਹੈਗੀ, ਉਹਦੇ ਤੇ ਪੱਥਰ ਤੇ ਵੀ ਛੇਦ ਹੋ ਜਾਂਦਾ ਹੈਗਾ। ਫਿਰ ਇਹ ਤੇ ਬੱਚੇ ਨੇ, ਅੱਜ ਕੱਲ੍ਹ ਦੇ ਬੱਚੇ ਬੜੇ ਸਮਝਦਾਰ ਨੇ। ਇਹਨਾਂ ਨੂੰ ਤੁਸੀਂ ਥੋੜ੍ਹਾ ਕਰਕੇ ਆਪਣੇ ਇਤਿਹਾਸ ਦੀ ਜਾਣਕਾਰੀ ਦਿਓ। 10ਵੇਂ ਪਾਤਸ਼ਾਹੀ ਦਾ ਇਤਿਹਾਸ, ਜੇ ਉਹਨਾਂ ਦੀ ਸ਼ਹਾਦਤਾਂ ਇਹਨਾਂ ਬੱਚਿਆਂ ਨੂੰ ਸਮਝ ਆ ਜਾਏ, ਤੇ ਇਹ ਕਦੀ ਕੇਸਾਂ ਨੂੰ ਹੱਥ ਵੀ ਨਹੀਂ ਲਗਾ ਸਕਦੇ। ਲੇਕਿਨ ਉਹਦੇ ਅੰਦਰ ਇਹਨਾਂ ਨੂੰ ਟਾਈਮ ਲੱਗੇਗਾ ਸਮਝਣ ਵਾਸਤੇ। ਤਾਂ ਸਭ ਤੋਂ ਪਹਿਲੇ ਤਾਂ ਇਤਿਹਾਸ ਨੂੰ ਸਮਝਣ। ਫਿਰ ਦੂਜੀ ਚੀਜ਼ ਹੈਗੀ ਕਿ ਇਹਨਾਂ ਵਾਸਤੇ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ। ਜ਼ੋਰ ਜ਼ਬਰਦਸਤੀ ਨਾਲ ਕੰਮ ਨਹੀਂ ਹੋਣ ਵਾਲਾ। ਇਹ ਪਿਆਰ ਨਾਲ ਹੀ ਮੰਨਣਗੇ। ਕਦ ਮੰਨਣਗੇ? ਜਦ ਗੁਰੂ ਦੀ ਮਰਜ਼ੀ ਹੋਏਗੀ ਤੇ ਇਹਨਾਂ ਨੂੰ ਸੋਝੀ ਪਏਗੀ। ਤੇ ਇਹਨਾਂ ਵਾਸਤੇ ਅਰਦਾਸ ਕਰਨੀ ਬੜੀ ਜ਼ਰੂਰੀ ਹੈ ਮਾਂ ਪਿਓ ਤੋਂ, ਕਿ ਅਸੀਂ ਇਹਨਾਂ ਵਾਸਤੇ ਅਰਦਾਸ ਕਰੀਏ ਕਿ ਇਹਨਾਂ ਨੂੰ ਸੋਝੀ ਪਏ ਤੇ ਮੇਨ ਸਟਰੀਮ ਵਿੱਚ ਆਉਣ, ਸਮਝਣ ਆਪਣੇ ਧਰਮ ਦੇ ਬਾਰੇ ਨੂੰ, ਤੇ ਦੇਖਣ ਕਿ ਸਿੱਖ ਦੀ ਸ਼ਾਨ ਜਿਹੜੀ ਹੈਗੀ ਉਹ ਦਾੜੀ ਕਟਾਉਣ ਨਾਲ ਨਹੀਂ ਹੈਗੀ, ਉਹ ਪੂਰੇ ਸਰੂਪ ਵਿੱਚ ਰਹਿਣ ਦੀ ਹੈਗੀ, ਤੇ ਨਾਲ ਦਸਤਾਰ ਸਜਾਉਣ ਦੀ ਹੈਗੀ। ਤੇ ਦੂਸਰਾ ਇੱਕ ਸਾਡੇ ਇੱਕ ਹੋਰ ਬੜੀ ਉਹ ਹੈਗਾ ਕਿ ਅਸੀਂ ਅੰਮ੍ਰਿਤ ਛਕਣ ਨੂੰ ਇੱਕ ਨਾ ਉਹ ਬਣਾ ਲਿਆ, ਹਵਾ ਬਣਾ ਲਿਆ ਕਿ ਵੀ ਅੰਮ੍ਰਿਤ ਛਕਣ ਨਾਲ ਪਤਾ ਨਹੀਂ ਕੀ ਹੋ ਜਾਏਗਾ। ਸੋ ਇਹਨਾਂ ਨੂੰ ਇਹ ਸਮਝਾਉਣਾ ਚਾਹੀਦਾ ਕਿ ਅੰਮ੍ਰਿਤ ਛਕਣਾ ਕੋਈ ਬੁਰੀ ਗੱਲ ਨਹੀਂ ਹੈਗੀ। ਅਗਰ ਤੁਸੀਂ ਪ੍ਰਿਪੇਅਰ ਨਹੀਂ ਹੈਗੇ ਅੰਮ੍ਰਿਤ ਛਕਣ ਵਾਸਤੇ ਤੇ ਹਲੇ ਤੁਸੀਂ ਅੰਮ੍ਰਿਤ ਨਾ ਛਕੋ। ਪਹਿਲੇ ਸਰੂਪ ਵਿੱਚ ਆਓ। ਜਿਸ ਵਕਤ ਅੰਮ੍ਰਿਤ ਛਕਣ ਦੀ ਭਾਵਨਾ, ਅੰਮ੍ਰਿਤ ਛਕਣਾ ਇੱਕ ਭਾਵਨਾ ਹੈਗੀ। ਜਿਸ ਵਕਤ ਤੁਸੀਂ ਸਰੂਪ ਵਿੱਚ ਹੋਗੇ, ਗੁਰੂ ਨਾਲ ਤੁਹਾਡਾ ਪਿਆਰ ਜਾਗੇਗਾ, ਫਿਰ ਆਪਣੇ ਆਪ ਗੁਰੂ ਤੁਹਾਨੂੰ ਅੰਮ੍ਰਿਤ ਛਕਾਏਗਾ। ਸੋ ਇਹਨਾਂ ਸੇ ਅਰਦਾਸ ਹੀ ਕਰ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਔਰ ਦਾ ਟਰਬਨ ਟਰੈਵਲਰ ਨਾਂ 'ਤੇ ਜਿਹੜੇ ਇਹ ਤਕਰੀਬਨ 7 ਕੰਟਰੀ 'ਚ ਘੁੰਮ ਚੁੱਕੇ ਆ ਸਿੱਖੀ ਪ੍ਰਚਾਰ ਵਾਸਤੇ। ਤਾਂ ਅੱਜ ਵਿਸ਼ੇਸ਼ ਤੌਰ 'ਤੇ ਜਿਹੜੇ ਲੁਧਿਆਣਾ ਪਹੁੰਚੇ ਆ, ਤੇ ਤੁਹਾਨੂੰ ਦੱਸੀਏ ਕਿ
ਕੁਝ ਜੀਵਨ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੋਣਾ ਚਾਹੀਦਾ। ਉਮਰ ਕੁਛ ਨਹੀਂ ਹੈ। ਬੇਸ਼ੱਕ 66 ਪਲੱਸ ਉਮਰ ਸਰਦਾਰ ਜੀ ਦੀ ਹੈਗੀ ਹੈ ਔਰ ਟਰਬਨ ਟਰੈਵਲ ਨਾਂ ਤੇ ਇਹ ਕਾਫੀ ਮਸ਼ਹੂਰ ਹੈਗੇ। ਬੇਸ਼ੱਕ ਲੋਕ ਵਿਦੇਸ਼ਾਂ 'ਚ ਘੁੰਮਣ ਜਾਂਦੇ ਆ, ਲੇਕਿਨ ਅਮਰਜੀਤ ਸਿੰਘ ਚਾਵਲਾ ਦੁਆਰਾ ਜਿਹੜਾ ਸਿੱਖੀ ਪ੍ਰਚਾਰ ਵਾਸਤੇ 7 ਕੰਟਰੀਆਂ ਵਿੱਚ ਜਾ ਰਹੇ, ਤਕਰੀਬਨ 87 ਕੰਟਰੀ ਅਸੀਂ ਘੁੰਮ ਚੁੱਕੇ ਆ ਔਰ ਅਰਾਊਂਡ ਦਾ ਵਰਲਡ 7 ਕੰਟਰੀਜ਼ ਦੀ ਇਹ ਯਾਤਰਾ ਹੈਗੀ ਹੈ ਔਰ 200 ਵਿਦੇਸ਼ਾਂ ਦੇ ਵਿੱਚ ਹੋਰ ਘੁੰਮਣ ਜਾਣਾ ਹੈਗਾ ਔਰ ਸਿੱਖੀ ਪ੍ਰਚਾਰ ਵਾਸਤੇ ਅੱਗੇ ਜਾ ਰਹੇ ਹੈਗੇ ਆ। ਤੋ ਨੌਜਵਾਨਾਂ ਨੂੰ ਆਪਣੇ ਇਤਿਹਾਸ ਯਾਨੀ ਕਿ ਦਸ਼ਮ ਪਾਤਸ਼ਾਹੀ ਦੇ ਜਿਹੜੇ ਇਤਿਹਾਸ ਹੈ, ਉਹਨਾਂ ਦੀ ਸ਼ਹਾਦਤਾਂ, ਅਗਰ ਉਸ ਤੋਂ ਕੁਝ ਸਿੱਖਦੇ ਹੈ ਤਾਂ ਨੌਜਵਾਨ ਕੇਸ ਕਤਲ ਬਾਰੇ ਕਦੀ ਸੋਚ ਸਕਦੇ ਨਹੀਂ ਔਰ ਅੰਮ੍ਰਿਤ ਛਕਣ ਵਾਸਤੇ ਹਮੇਸ਼ਾ ਉਹ ਅੱਗੇ ਆ ਸਕਦੇ। ਕੈਮਰਾਮੈਨ ਸਨੀ ਹੋਤਾ ਨਾ, ਸੰਦੀਪ ਸ਼ਰਮਾ, दैनिक सवेरा टीवी, लुधियाना।